ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਜਿਨ ਮੇਲਾ ਸਿਵਰਾਤ ਦਾ, ਖਟ ਦਰਸ਼ਨ ਆਦੇਸ਼ ਕਰਾਈ। ਸਿੱਧ ਬੋਲਨ ਸੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਕਲ ਯੁਗ ਅੰਦਰ ਜੋਤ ਜਗਾਈ। ਮੇਲਿਓਂ ਬਾਬਾ ਉਠਿਆ, ਮੁਲਤਾਨੇ ਦੀ ਜਾਰਤ ਜਾਈ। ਅੱਗੋਂ ਪੀਰ ਮੁਲਤਾਨ ਦੇ, ਦੁੱਧ ਕਟੋਰਾ ਭਰ ਲੈ ਆਈ। ਬਾਬੇ ਕੱਢ ਕਰ ਬਗਲ ਤੇ, ਚੰਬੇਲੀ ਦੁੱਧ ਵਿੱਚ ਮਿਲਾਈ। ਜਿਉਂ ਸਾਗਰ ਵਿੱਚ ਗੰਗ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਹਜੂਰ ਦਾਤਾਰ ਸਮਰੱਥ ਗੁਰੂ, ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਸਦਕਾ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਜੋ ਲੜੀਵਾਰ ਕਥਾ ਪ੍ਰਾਰੰਭ ਹੋਈ, ਗੁਰੂ ਰਹਿਮਤ ਦੇ ਸਦਕਾ ਪਹਿਲੀ ਇਸ ਪਾਵਨ ਵਾਰ ਦੀਆਂ 43 ਪੌੜੀਆਂ ਆਪਾਂ ਪਿਛਲੇ ਦਿਨੀ ਸਰਵਣ ਕੀਤੀਆਂ ਨੇ। ਅੱਜ ਪਾਵਨ 44ਵੀਂ ਪੌੜੀ ਪਾਠ ਰੂਪ ਅੰਦਰ ਸਰਵਣ ਕੀਤੀ ਹੈ। ਸੋ ਆਓ ਵਿਚਾਰ ਪ੍ਰਾਰੰਭ ਕਰਦੇ ਹਾਂ। ਮਾਲਕ ਦੇ ਚਰਨਾਂ 'ਚ ਅਰਦਾਸ ਕਰੋ, ਹਜ਼ੂਰ ਪਾਤਸ਼ਾਹ ਆਪ ਇਸ ਅਗਾਧ ਬੁੱਧ ਪਾਵਨ ਰਚਨਾ ਦੀ ਵਿਚਾਰ ਕਰਨ ਦੀ ਸੋਝੀ ਸਮਰੱਥਾ ਬਲ ਬਖਸ਼ਿਓ। ਜਿਤਨੇ ਆਪ ਜੀ ਸਰਵਣ ਕਰ ਰਹੇ ਹੋ, ਆਓ ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸ਼ਿਵਰਾਤਰੀ ਦੇ ਮੇਲੇ ਤੇ ਅਚਲ ਸਾਹਿਬ ਦੀ, ਜਿਹਨੂੰ ਅੱਜ ਆਪਾਂ ਅਚਲ ਬਟਾਲਾ ਵੀ ਸ਼ਬਦ ਵਰਤਦੇ ਹਾਂ, ਸੋ ਅਚਲ ਸਾਹਿਬ ਅਚਲ ਬਟਾਲੇ ਦੀ ਪਾਵਨ ਧਰਤੀ ਤੇ ਗਏ ਨੇ। ਉੱਥੇ ਆਏ ਹੋਏ ਜੋਗੀਆਂ, ਪੀਰਾਂ, ਸਿੱਧਾਂ, ਫਕੀਰਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਪ੍ਰਾਰੰਭ ਹੋਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਈ ਪ੍ਰਕਾਰ ਦੀਆਂ ਸ਼ਕਤੀਆਂ ਦਿਖਾ ਕੇ, ਕਈ ਰੂਪ ਧਾਰਨ ਕਰਕੇ ਗੁਰੂ ਨਾਨਕ ਪਾਤਸ਼ਾਹ ਗੁਰੂ ਬਾਬੇ ਨੂੰ ਡਰਾਉਣ ਦੀ, ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਦੇ ਬਲ ਦੇ ਨਾਲ ਉਹਨਾਂ ਜੋਗੀਆਂ ਨੂੰ ਜਿੱਤ ਲਿਆ ਹੈ। ਸੋ ਇੰਨਾ ਕੁ ਉਹਨਾਂ ਦੇ ਉੱਤੇ ਅਸਰ ਆਇਆ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਫਿਰ ਪੁੱਛਦੇ ਨੇ, ਤੁਹਾਡੇ ਕੋਲ ਐਸੀ ਕਿਹੜੀ ਕਰਾਮਾਤ ਹੈ ਜੋ ਤੁਸੀਂ ਸੰਸਾਰ ਨੂੰ ਦਿਖਾਈ ਹੈ? ਕੁਛ ਦਿਖਾਲੇ ਅਸਾਨੂੰ, ਕੁਝ ਅਸਾਨੂੰ ਵੀ ਐਸੀ ਕਰਾਮਾਤ ਦਿਖਾ। ਤੇ ਸਭ ਕਹਿੰਦੇ ਸੱਚ ਤੇ ਇਹ ਹੈ ਕਿ ਸਾਡੇ ਕੋਲ ਤੁਹਾਡੇ ਤਰ੍ਹਾਂ ਕਰਾਮਾਤਾਂ ਦਾ ਆਸਰਾ ਨਹੀਂ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਹੋਰ ਕੋਈ ਵੀ ਰਾਈ ਦੇ ਦਾਣੇ ਜਿੰਨੀ ਦੂਜੀ ਓਟ ਆਸਰਾ ਅਸੀਂ ਨਹੀਂ ਪਕੜਿਆ। ਸੋ ਇਸ ਤਰ੍ਹਾਂ ਸਤਨਾਮ ਦਾ ਮੰਤਰ ਜਿਹੜਾ ਸੀ ਉਹਨਾਂ ਨੂੰ ਜਪਾਇਆ, ਤੇ ਨਾਲ ਸਤਿਗੁਰਾਂ ਨੇ ਦੱਸਿਆ ਮੇਰੇ ਕੋਲ ਕਿਤਨੀ ਵੀ ਸਮਰੱਥਾ ਹੋ ਜਾਵੇ, ਪਰ ਸੱਚ ਇਹ ਹੈ ਸਤਨਾਮ ਤੋਂ ਬਿਨਾ ਸਾਰਾ ਕੁਝ ਜਿਹੜਾ ਉਹ ਵਿਅਰਥ ਹੈ। ਸੋ ਸਿੱਧਾਂ ਦੇ ਨਾਲ ਇਸੇ ਤਰ੍ਹਾਂ ਵਿਚਾਰ ਚੱਲ ਰਹੀ ਹੈ। ਤਾਂ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਇਸ ਪਾਵਨ 44ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ। ਬਾਬੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਦੇ ਨਾਲ ਵਿਚਾਰ ਚਰਚਾ ਕੀਤੀ। ਜਦੋਂ ਇਹ ਵਿਚਾਰ ਚਰਚਾ ਹੋਈ ਤਾਂ ਸ਼ਬਦ ਦੇ ਨਾਲ ਸਿੱਧਾਂ ਦੇ ਅੰਦਰ ਸ਼ਾਂਤੀ ਵਰਤ ਗਈ। ਜੋ ਹੰਕਾਰ ਦੇ ਅੰਦਰ, ਆਪਣੇ ਅਹਮ ਦੇ ਅੰਦਰ ਤੜਫਦੇ ਹੋਏ ਸਿੱਧ ਸਨ, ਜੋ ਕਹਿੰਦੇ ਸੀ ਅਸੀਂ ਹੀ ਸਭ ਤੋਂ ਵੱਡੇ ਹਾਂ,
ਸਾਡੇ ਪੈਰਾਂ ਦੇ ਵਿੱਚ ਆ ਕੇ ਬੈਠੋ, ਸਾਨੂੰ ਆਪਣਾ ਗੁਰੂ ਮੰਨੋ। ਤਾਂ ਉਹਨਾਂ ਦੇ ਅੰਦਰ ਜੋ ਇੱਕ ਈਰਖਾ ਦੀ ਅੱਗ ਮੱਚਦੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਤੋਂ ਛੋਟਾ ਸਮਝਦੇ ਸਨ, ਦੂਜੇ ਕਿਸੇ ਨੂੰ ਲਾਗੇ ਨਹੀਂ ਸੀ ਆਉਣ ਦਿੰਦੇ। ਸੋ ਈਰਖਾ ਦੀ ਅੱਗ ਬੁਝ ਗਈ, ਹਉਮੈ ਹੰਕਾਰ ਦੀ ਅੱਗ ਜਿਹੜੀ ਉਹ ਸ਼ਾਂਤ ਹੋ ਗਈ। ਕਿਵੇਂ? ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਦੀ ਦਾਤ ਬਖਸ਼ੀ ਤਾਂ ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਸਿੱਧੀ ਭਾਵ ਉਹਨਾਂ ਸਿੱਧਾਂ ਦੇ ਵਿੱਚ ਸ਼ਬਦ ਦੇ ਦੁਆਰਾ ਸ਼ਾਂਤੀ, ਠੰਡਕ, ਟਿਕਾਊ, ਅੰਦਰ ਦਾ ਆਨੰਦ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਇਆ। ਜਿਨ ਮੇਲਾ ਸਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ। ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਿਵਰਾਤਰੀ ਦਾ ਇਹ ਜਿਹੜਾ ਮੇਲਾ ਸੀ ਨਾ, ਜਿਨ ਦਾ ਅਰਥ ਹੈ ਜਿੱਤ ਲਿਆ। ਸ਼ਬਦ ਦੀ ਬਰਕਤ ਦੇ ਨਾਲ ਇਹ ਸ਼ਿਵਰਾਤਰੀ ਦਾ ਮੇਲਾ ਜਿੱਤਿਆ। ਤੇ ਖਟ ਦਰਸ਼ਨ ਜਿਹੜਾ ਸਾਧੂ ਸਮਾਜ ਉੱਥੇ ਇਕੱਠਾ ਹੋਇਆ ਸੀ, ਜੋਗੀ, ਸਿੱਧ, ਹੋਰ ਵੱਖ-ਵੱਖ ਫਿਰਕਿਆਂ ਦੇ ਲੋਕ, ਧਰਮਾਂ ਨੂੰ ਮੰਨਣ ਵਾਲੇ ਲੋਕ, ਫਿਰ ਇੰਜ ਕਹਿ ਦਈਏ ਵੱਖ-ਵੱਖ ਸੰਪਰਦਾਵਾਂ ਦੇ ਸਾਧੂ, ਕੋਈ ਨਾਗਾ ਹੈ, ਕੋਈ ਕਿਸੇ ਤਰ੍ਹਾਂ ਦਾ ਹੈ। ਉਹ ਖਟ ਦਰਸ਼ਨ ਸਾਧੂ ਸਮਾਜ ਜਿਹੜਾ ਸੀ, ਉਹ ਸਾਰਿਆਂ ਨੇ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਮੁਬਾਰਕ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਜਦੋਂ ਨਮਸਕਾਰਾਂ ਕਰਦੇ ਨੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਦੇ ਵਿੱਚ ਫਿਰ ਸ਼ਬਦ ਕਹਿੰਦੇ ਨੇ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਇੱਥੇ ਕੋਟ ਕਰਦਿਆਂ ਕਹਿੰਦੇ, ਸਿੱਧ ਬੋਲਨ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸ਼ੁਭ ਬਚਨ ਬੋਲਣ ਲੱਗੇ। ਹਾਲਾਂਕਿ ਪਹਿਲਾਂ ਇਹਨਾਂ ਦੇ ਬੋਲ ਜਿਹੜੇ ਉਹ ਹੰਕਾਰ ਦੇ ਨਾਲ ਭਰੇ ਨੇ, ਪਰ ਹੁਣ ਬੜੇ ਸ਼ੁਭ ਬਚਨ, ਬੜੀ ਵਡਿਆਈ, ਉਸਤਤ ਵਾਲੇ ਭਲੇ ਬੋਲ ਕਹਿੰਦਿਆਂ ਹੋਇਆਂ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਬਾਬਾ, ਇਹ ਸਤਿਗੁਰੂ ਗੁਰੂ ਨਾਨਕ, ਤੁਹਾਡੀ ਕਮਾਈ ਵੱਡੀ ਹੈ। ਜੋ ਸ਼ਬਦ ਦੀ ਕਮਾਈ ਤੁਸਾਂ ਕੀਤੀ ਉਹ ਵੀ ਵੱਡੀ ਹੈ। ਫਿਰ ਕਮਾਈ ਜੋ ਮਿਹਨਤ ਤੁਸਾਂ ਇਸ ਸੰਸਾਰ ਨੂੰ ਭਲੇ ਰਸਤੇ ਤੇ ਤੋਰਨ ਵਾਸਤੇ ਕੀਤੀ ਹੈ, ਕਿੱਥੇ ਮੱਕੇ ਮਦੀਨੇ ਦੀਆਂ ਯਾਤਰਾ, ਦਿਨ ਰਾਤ ਤੁਸੀਂ ਮੁਬਾਰਕ ਚਰਨਾਂ ਦੇ ਨਾਲ ਪੈਦਲ ਚੱਲ ਕੇ ਉਦਾਸੀਆਂ ਕਰ ਰਹੇ ਹੋ। ਸੋ ਮਹਾਰਾਜ ਜੀ, ਤੁਹਾਡੀ ਇਹ ਮਿਹਨਤ ਵੀ ਜਿਹੜੀ ਹੈ ਬੜੀ ਧਨ ਹੈ, ਤੁਹਾਡੀ ਧਰਮ ਦੀ ਕਮਾਈ ਵੀ ਧਨ ਹੈ, ਤੁਹਾਡੀ ਨਾਮ ਦੀ ਕਮਾਈ ਵੀ ਜਿਹੜੀ ਹੈ ਉਹ ਧਨ ਹੈ। ਫਿਰ ਹੋਰ ਉਸਤਤ ਕਰਦਿਆਂ ਕਹਿੰਦੇ, ਵੱਡਾ ਪੁਰਖ ਪ੍ਰਗਟਿਆ ਕਲ ਯੁਗ ਅੰਦਰ ਜੋਤ ਜਗਾਈ। ਤੂੰ ਤੇ ਭਾਵ ਬਾਬੇ ਨਾਨਕ ਸਤਿਗੁਰਾਂ ਨੂੰ ਕਹਿੰਦੇ, ਤੂੰ ਤੇ ਵੱਡਾ ਪੁਰਖ ਹੋ ਕੇ ਪ੍ਰਗਟਿਆ ਅਤੇ ਇਸ ਕਲਯੁਗ ਦੇ ਅੰਦਰ ਆ ਕਰਕੇ ਆਪਣੀ ਜੋਤ, ਭਾਵ ਸਾਰੇ ਪਾਸੇ ਸਤਨਾਮ ਦੀ ਜੋਤ, ਸਾਰੇ ਹਿਰਦਿਆਂ ਵਿੱਚ ਗੁਰ ਸ਼ਬਦ ਦੀ ਜੋਤ ਜਿਹੜੀ ਹੈ ਉਹ ਤੁਸੀਂ ਜਗਾ ਦਿੱਤੀ ਹੈ। ਭਾਵ ਤੁਸੀਂ ਅਕਾਲ ਪੁਰਖ ਰੂਪ ਹੋ ਕੇ, ਜਿਸ ਤਰ੍ਹਾਂ ਪਹਿਲੇ 3 ਯੁੱਗਾਂ ਦੇ ਅੰਦਰ ਸਮੇਂ-ਸਮੇਂ ਤੇ ਅਵਤਾਰ ਹੋਏ, ਅੱਜ ਇਸ ਕਲਯੁਗ ਦੇ ਅੰਦਰ ਖੁਦ ਪਰਮਾਤਮਾ ਤੁਹਾਡੀ ਕਾਇਆ, ਤੁਹਾਡਾ ਸਰੀਰ ਧਾਰਨ ਕਰਕੇ ਆਇਆ। ਇਸ ਕਰਕੇ ਤੁਸੀਂ ਵੱਡੇ ਪੁਰਖ ਪ੍ਰਗਟ ਹੋਏ ਹੋ ਇਸ ਕਲਯੁਗ ਦੇ ਅੰਦਰ, ਤੇ ਤੁਸੀਂ ਸਤਨਾਮ ਦੀ ਜੋਤ ਸਾਰਿਆਂ ਅੰਦਰ ਜਗਾ ਦਿੱਤੀ ਹੈ। ਇਸ ਤੋਂ ਉਪਰੰਤ ਜਦੋਂ ਇਹ ਸਾਰੇ ਸਿੱਧ, ਜੋਗੀ, ਹੋਰ ਜੋ ਪੀਰ ਫਕੀਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਏ, ਨਮਸਕਾਰਾਂ ਕੀਤੀਆਂ, ਵਡਿਆਈ ਕੀਤੀ, ਕੁਝ ਦਿਨਾਂ ਤੱਕ ਇਹ ਮੇਲਾ ਚੱਲਦਾ ਸੀ। ਸੋ ਇਸ ਤਰ੍ਹਾਂ ਜਦੋਂ ਸੰਪੂਰਨਤਾ ਹੋ ਗਈ, ਸਾਰੇ ਆਪੋ ਆਪਣੇ ਥਾਵਾਂ ਨੂੰ ਤੁਰ ਪਏ। ਸਿੱਧ ਜਿੱਧਰੋਂ ਆਏ ਉੱਧਰ, ਆਮ ਗ੍ਰਸਤੀ ਆਪਣੇ ਨਗਰਾਂ, ਪਿੰਡਾਂ, ਸ਼ਹਿਰਾਂ ਨੂੰ ਤੁਰ ਪਏ। ਪਰ ਗੁਰੂ ਨਾਨਕ ਮਹਾਰਾਜ ਜੀ ਕਰਤਾਰਪੁਰ ਨਹੀਂ ਗਏ। ਗੁਰੂ ਨਾਨਕ ਪਾਤਸ਼ਾਹ ਨੇ ਅਗਲਾ ਪੰਧ ਜਿਹੜਾ ਸੀ ਉਹ ਕੀ ਤੈਅ ਕੀਤਾ ਹੈ, ਜਿਹਨੂੰ ਭਾਈ ਗੁਰਦਾਸ ਜੀ ਇੱਥੇ ਕੋਟ ਕਰਦੇ ਨੇ, ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜਾਰਤ ਜਾਈ। ਬਾਬਾ ਗੁਰੂ ਨਾਨਕ ਮੇਲਿਓਂ ਉੱਠੇ ਨੇ ਤੇ ਮੁਲਤਾਨ ਦੀ ਜਾਰਤ ਜਾਈ। ਜਾਰਤ ਜਾਈ ਦਾ ਅਰਥ ਹੁੰਦਾ ਜ਼ਿਆਰਤ, ਤੇ ਜ਼ਿਆਰਤ ਦਾ ਅਰਥ ਹੁੰਦਾ ਯਾਤਰਾ। ਯਾਤਰਾ ਦਾ ਭਾਵ ਜ਼ਰੂਰੀ ਨਹੀਂ ਹੁੰਦਾ, ਯਾਤਰਾ ਸ਼ਬਦ ਕਿਸੇ ਧਰਮ ਸਥਾਨ ਤੇ ਸ਼ਰਧਾ ਨਾਲ ਜਾਣ ਨੂੰ ਹੀ ਯਾਤਰਾ ਕਹਿੰਦੇ ਨੇ। ਵੀ ਆਪਾਂ ਕਹਿੰਦੇ ਫਲਾਣੇ ਤੀਰਥ ਤੇ ਯਾਤਰਾ ਚੱਲੀ, ਦੇਖੋ ਉਹ ਵੀ ਇੱਕ ਯਾਤਰਾ ਹੈ। ਪਰ ਅਸੀਂ ਸਾਡੇ ਜੀਵਨ, ਅਸੀਂ ਕਹਿੰਦੇ ਜੀਵਨ ਯਾਤਰਾ, ਹੁਣ ਇਹ ਤਾਂ ਧਾਰਮਿਕ ਨਹੀਂ ਸੀਗੀ। ਇੱਕ ਆਮ ਮਨੁੱਖ ਵੀ ਤੁਰਦਾ ਹੋਵੇ, ਸੰਸਾਰਕ ਤੌਰ ਤੇ ਜ਼ਿੰਦਗੀ ਦਾ ਸਫ਼ਰ ਹੰਡਾਉਂਦਾ ਹੈ, ਉਹਦੀ ਵੀ ਜੀਵਨ ਯਾਤਰਾ ਹੈ। ਫਿਰ ਆਮ ਵੀ ਅਸੀਂ ਯਾਤਰਾ ਜੋ ਰੋਜ਼ ਸੰਸਾਰ ਦੇ ਵਿੱਚ ਵਿਚਰਦੇ, ਇਹ ਵੀ ਯਾਤਰਾ। ਹਾਂ, ਇਹ ਹੈ ਧਰਮ ਦੀ ਯਾਤਰਾ ਹੈ, ਕਰਮ ਦੀ ਯਾਤਰਾ ਹੈ। ਇਹ ਡਿਪੈਂਡ ਉਸ ਸਮੇਂ ਦੇ ਉੱਤੇ ਕਰਦਾ ਹੈ। ਸੋ ਯਾਤਰਾ ਦਾ ਭਾਵ ਕੇਵਲ ਇਹ ਨਹੀਂ
ਕਿ ਗੁਰੂ ਨਾਨਕ ਪਾਤਸ਼ਾਹ ਸ਼ਾਇਦ ਕਿਸੇ ਦੂਸਰੇ ਧਰਮ ਸਥਾਨ ਦੀ ਯਾਤਰਾ ਸ਼ਰਧਾ ਨਾਲ ਕਰਨ ਵਾਸਤੇ ਗਏ ਨੇ। ਜਦੋਂ ਗੁਰੂ ਨਾਨਕ ਗੁਰੂ ਬਾਬੇ ਨੂੰ ਖਬਰ ਮਿਲੀ ਹੈ ਨਾ ਕਿ ਮੁਲਤਾਨ ਦੇ ਪੀਰ ਜਿਹੜੇ ਨੇ, ਕਿਉਂਕਿ ਮੁਲਤਾਨ ਪੀਰਾਂ ਫਕੀਰਾਂ ਦਾ ਗੜ੍ਹ ਹੈ, ਉੱਥੋਂ ਦੇ ਜਿਹੜੇ ਪੀਰ ਨੇ ਉਹ ਸਤਨਾਮ ਨੂੰ ਭੁਲਾ ਕੇ, ਕਰਤੇ ਅਕਾਲ ਪੁਰਖ ਪਰਮੇਸ਼ਰ ਨੂੰ ਭੁਲਾ ਕੇ ਆਡੰਬਰ ਪਾਖੰਡ ਜੰਤਰਾਂ ਮੰਤਰਾਂ ਦੇ ਵਿੱਚ ਰੁੱਝ ਚੁੱਕੇ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਫਿਰ ਉਧਰ ਦੀ ਯਾਤਰਾ ਜਿਹੜੀ ਸੀ, ਉਧਰ ਦੀ ਫੇਰੀ ਜਿਹੜੀ ਸੀ ਉਹ ਪ੍ਰਾਰੰਭ ਕਰ ਦਿੱਤੀ, ਤਾਂ ਕਿ ਉਹਨਾਂ ਪੀਰਾਂ ਫਕੀਰਾਂ ਨੂੰ ਸੱਚਾ ਰਸਤਾ, ਸੱਚਾ ਮਾਰਗ ਜਿਹੜਾ ਹੈ ਉਹ ਦਿਖਾਇਆ ਜਾ ਸਕੇ। ਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਮੇਲਿਓਂ ਉੱਠੇ ਨੇ ਤੇ ਮੁਲਤਾਨ ਦੀ ਯਾਤਰਾ ਵੱਲ ਨੂੰ ਤੁਰ ਪਏ ਹਨ। ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਜਦੋਂ ਮੁਲਤਾਨ ਦੇ ਪੀਰਾਂ ਨੂੰ ਪਤਾ ਚੱਲਿਆ ਗੁਰੂ ਨਾਨਕ ਇੱਧਰ ਨੂੰ ਆ ਰਹੇ ਨੇ, ਕਿਉਂਕਿ ਰਸਤੇ ਦੇ ਵਿੱਚੋਂ ਕੁਝ ਲੋਕ ਰਾਹੀ ਪਾਂਧੀ ਜਿਹੜੇ ਮਿਲਦੇ ਨੇ, ਕਿਉਂਕਿ ਹੁਣ ਗੁਰੂ ਨਾਨਕ ਪਾਤਸ਼ਾਹ ਪੈਦਲ ਚੱਲ ਰਹੇ ਨੇ। ਜਿਵੇਂ ਅੱਜ ਵੀ ਆਪਾਂ ਹਾਲਾਤਾਂ ਦੇ ਹਿਸਾਬ ਨਾਲ ਜੇ ਦੁਨਿਆਵੀ ਤੌਰ 'ਤੇ ਉਦਾਹਰਣ ਦੇਵਾਂ, ਆਪਾਂ ਕਿਸੇ ਪਿੰਡ ਜਾ ਰਹੇ ਹੋਈਏ, ਰਿਸ਼ਤੇਦਾਰ ਕੋਲ ਜਾ ਰਹੇ ਹੋਈਏ, ਅਤੇ ਕਈ ਦਫਾ ਆਪਾਂ ਕਿਸੇ ਛੋਟੇ ਸਾਧਨ 'ਤੇ ਹੋਈਏ, ਕੋਲ ਦੀ ਕੋਈ ਤੇਜ਼ ਲੰਘ ਜਾਵੇ ਅਤੇ ਉਹ ਅੱਗੇ ਜਾ ਕੇ ਪਹਿਲਾਂ ਹੀ ਖਬਰ ਦੇ ਦਿੰਦਾ ਕਿ ਫਲਾਣਾ ਸਿਓ ਰਸਤੇ 'ਤੇ ਤੁਰਿਆ ਆਉਂਦਾ, ਮੈਂ ਵੇਖਿਆ ਹੈ। ਸੋ ਉਸ ਵਕਤ ਵੀ ਲੋਕ ਕੁਝ ਗੱਡਿਆਂ 'ਤੇ ਸਫ਼ਰ ਕਰਦੇ ਸਨ, ਕੁਝ ਘੋੜਿਆਂ 'ਤੇ ਸਫ਼ਰ ਕਰਦੇ ਨੇ, ਕੁਝ ਪੈਦਲ ਵੀ ਤੇਜ਼ ਤੁਰਦੇ ਸਨ। ਗੁਰੂ ਨਾਨਕ ਪਾਤਸ਼ਾਹ ਬੜੇ ਆਨੰਦ ਦੇ ਵਿੱਚ ਵਿਚਰਦੇ ਨੇ। ਸੋ ਇਸ ਤਰ੍ਹਾਂ ਮੁਲਤਾਨ ਜਦੋਂ ਨੇੜੇ ਆਇਆ ਹੈ ਤਾਂ ਲੋਕਾਂ ਨੇ ਪਹਿਲਾਂ ਹੀ, ਜਿਹੜੇ ਰਾਹੀ ਪਾਂਧੀ ਗੁਜ਼ਰੇ ਨੇ ਕੋਲ ਦੀ, ਉਹਨਾਂ ਪਹਿਲਾਂ ਹੀ ਕਿਸੇ ਨੇ ਪਹਿਚਾਣ ਲਿਆ ਅਤੇ ਕਿਸੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬਹਿ ਕੇ ਵਿਚਾਰ ਕੀਤੀ, ਨਮਸਕਾਰ ਕੀਤੀ ਅਤੇ ਪੁੱਛਿਆ। ਗੁਰੂ ਨਾਨਕ ਪਾਤਸ਼ਾਹ ਸਾਰਿਆਂ ਨੂੰ ਕਹਿ ਦਿੰਦੇ ਸੀ ਮੇਰਾ ਨਾਮ ਨਾਨਕ ਹੈ। ਭਾਈ ਮਰਦਾਨਾ ਜੀ ਵੀ ਦੱਸ ਦਿੰਦੇ ਸਨ। ਬਾਕੀ ਇਸ ਸਮੇਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਜਿਹੜਾ ਸੀ ਉਹ ਚੌਕੁੰਟਾਂ ਦੇ ਵਿੱਚ ਜਾਣਿਆ ਜਾਣ ਲੱਗ ਪਿਆ ਸੀ। ਸੋ ਖੈਰ, ਮੁਲਤਾਨ ਦੇ ਪੀਰਾਂ ਨੂੰ ਖਬਰ ਮਿਲੀ। ਹੁਣ ਉਹਨਾਂ ਨੂੰ ਇਹ ਵੀ ਪੱਕਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਅੱਜ ਤੱਕ ਕੋਈ ਜਿੱਤ ਨਹੀਂ ਸਕਿਆ। ਜੇ ਸਿੱਧਾਂ ਕੋਲ ਗਏ ਉਹ ਹਾਰ ਗਏ ਸਿੱਧ, ਜੇ ਕਦੀ ਮੱਕੇ ਗਏ ਨੇ, ਸਾਰੀਆਂ ਖਬਰਾਂ ਸੀ ਲੋਕਾਂ ਦੇ ਕੋਲ ਵੀ ਬਾਬਾ ਮੱਕੇ ਵੀ ਗਿਆ ਅਤੇ ਮੱਕੇ ਦੇ ਕਾਜ਼ੀਆਂ ਨੂੰ ਵੀ ਉਪਦੇਸ਼ ਦੇ ਆਇਆ। ਜਿੱਥੇ ਵੀ ਗੁਰੂ ਨਾਨਕ ਗਏ ਨੇ ਕੋਈ ਜਿੱਤ ਨਾ ਸਕਿਆ। ਅੱਜ ਸਾਡੇ ਮੁਲਤਾਨ 'ਚ ਆਉਂਦੇ ਪਏ ਨੇ ਅਤੇ ਸਾਡਾ ਤਾਂ ਜਿਵੇਂ ਰੋਟੀ ਪਾਣੀ ਬੰਦ ਹੋ ਜਾਣਾ ਜੇ ਗੁਰੂ ਨਾਨਕ ਇੱਥੇ ਆ ਗਏ। ਸਾਰਾ ਮੁਲਤਾਨ ਤੇ ਗੁਰੂ ਨਾਨਕ ਦੇ ਚਰਨਾਂ ਦਾ ਮੁਰੀਦ ਹੋ ਜਾਏਗਾ, ਸਿੱਖ ਹੋ ਜਾਏਗਾ। ਉਹਨਾਂ ਨੇ ਕੀ ਕੀਤਾ, ਜਦੋਂ ਮੇਰੇ ਸਾਹਿਬ ਜੀ ਮੁਲਤਾਨ ਦੀ ਜ਼ੂਹ ਵਿੱਚ ਵੜਦੇ ਨੇ ਤਾਂ ਸਾਰੇ ਪੀਰ ਇਕੱਠੇ ਹੋ ਕੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲ ਕਰਦੇ ਨੇ, ਕਿਉਂਕਿ ਜਿਹਨੂੰ ਅਸੀਂ ਕਹਿ ਦਈਏ ਬਾਡੀ ਲੈਂਗੁਏਜ ਹੁੰਦੀ ਹੈ। ਸੋ ਇਸ ਤਰ੍ਹਾਂ ਇੱਕ ਆਪਾਂ ਜ਼ੁਬਾਨ ਦੇ ਨਾਲ ਗੱਲਬਾਤ ਕਰਦੇ, ਇੱਕ ਬਾਡੀ ਲੈਂਗੁਏਜ ਇਸ਼ਾਰਿਆਂ ਦੀ ਭਾਸ਼ਾ ਹੁੰਦੀ ਹੈ। ਉਹਨਾਂ ਕੀ ਕੀਤਾ, ਇੱਕ ਦੁੱਧ ਦਾ ਕਟੋਰਾ ਭਰਿਆ। ਜ਼ਬਾਨੋਂ ਕਹਿ ਨਹੀਂ ਸੀ ਸਕਦੇ ਕਿ ਤੁਸੀਂ ਸਾਡੀ ਨਗਰੀ ਵਿੱਚ ਨਾ ਆਓ, ਕਿਉਂਕਿ ਇੱਥੇ ਤੇ ਪਹਿਲਾਂ ਹੀ ਅਸੀਂ ਇੰਨੇ ਫਕੀਰ ਪੀਰ ਬੈਠੇ ਹਾਂ, ਸਾਡੀ ਇੱਥੇ ਬਹੁਤ ਜ਼ਿਆਦਾ ਗਿਣਤੀ, ਹੋਰ ਦੀ ਇੱਥੇ ਲੋੜ ਹੀ ਕੋਈ ਨਹੀਂ। ਜ਼ਬਾਨੋਂ ਕਹਿ ਨਹੀਂ ਸੀ ਸਕਦੇ ਕਿ ਜ਼ੁਬਾਨ ਨਾਲ ਕਹਾਂਗੇ ਤਾਂ ਗੁਰੂ ਨਾਨਕ ਪਾਤਸ਼ਾਹ ਕਿਤੇ ਅੱਗੋਂ ਵਿਚਾਰ ਨਾ ਸ਼ੁਰੂ ਕਰ ਦੇਣ, ਵਿਚਾਰ ਸਾਡੇ ਤੋਂ ਹੋਣੀ ਨਹੀਂ ਇਹਨਾਂ ਨਾਲ। ਇਸ਼ਾਰਾ ਕਰ ਦਿਓ, ਇਸ਼ਾਰਾ ਸਮਝ ਕੇ ਪਿਛਾਂ ਹਟ ਜਾਣਗੇ। ਉਹਨਾਂ ਦੁੱਧ ਦਾ ਕਟੋਰਾ ਜਿਹੜਾ ਸੀ ਉਹ ਭਰ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਕਰ ਦਿੱਤਾ। ਜਦੋਂ ਕਟੋਰਾ ਅੱਗੇ ਕੀਤਾ, ਉਹਦਾ ਭਾਵ ਸੀ ਜਿਵੇਂ ਇਹ ਦੁੱਧ ਦਾ ਕਟੋਰਾ ਬਿਲਕੁਲ ਲਬਾਲਬ ਭਰਿਆ ਪਿਆ ਹੈ, ਤਾਂ ਇਹ ਬਾਬਾ, ਇਹ ਗੁਰੂ ਨਾਨਕ, ਉਹ ਕਟੋਰਾ ਜਿਵੇਂ ਛੰਨੇ ਹੁੰਦੇ ਸੀ। ਅੱਜ ਦੇ ਕਟੋਰੇ ਆਪਾਂ ਬਾਟੀਆਂ ਨੂੰ, ਬਾਟਿਆਂ ਨੂੰ ਕਟੋਰੇ ਕਹਿ ਦਿੰਦੇ ਹਾਂ। ਪੁਰਾਤਨ ਛੰਨੇ ਹੁੰਦੇ ਸੀ ਘਰਾਂ ਦੇ ਵਿੱਚ, ਅੱਜ ਵੀ ਹਨ ਕੁਝ ਘਰਾਂ ਦੇ ਵਿੱਚ ਪਿੱਤਲ ਦੇ ਛੰਨੇ। ਉਹ ਬਿਲਕੁਲ ਭਰ ਕੇ ਜਿਹੜਾ ਸੀ ਅੱਗੇ ਕੀਤਾ, ਜਿਸ ਦਾ ਇਸ਼ਾਰਾ ਸੀ ਬਾਬਾ ਇਹ ਕਟੋਰਾ ਇੰਨਾ ਕੁ ਭਰਿਆ, ਇਹਦੇ ਵਿੱਚ ਇੱਕ ਬੂੰਦ ਵੀ ਦੁੱਧ ਦੀ ਸਮਾ ਨਹੀਂ ਸਕਦੀ, ਬਿਲਕੁਲ ਲਬਾਲਬ ਭਰਿਆ। ਜੇ ਇਹਦੇ 'ਚ ਕੁਛ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਇਹ ਬਾਹਰ ਡੁੱਲ ਜਾਏਗਾ। ਇਹਦੇ ਇਸ਼ਾਰੇ ਇਹ ਸਨ ਕਿ ਮੁਲਤਾਨ ਪੀਰਾਂ ਫਕੀਰਾਂ ਦੇ ਨਾਲ ਲਬਾਲਬ ਭਰਿਆ ਪਿਆ। ਇਹਦੇ ਵਿੱਚ ਇੱਕ ਬੂੰਦ ਵੀ ਜਿਵੇਂ ਨਹੀਂ ਸਮਾ ਸਕਦੀ, ਇਸ ਮੁਲਤਾਨ ਵਿੱਚ ਇੱਕ ਵੀ ਨਵਾਂ ਪੀਰ ਜਿਹੜਾ ਉਹ ਨਹੀਂ ਆ ਸਕਦਾ। ਜੇ ਆਏਗਾ ਤੇ ਜਿਵੇਂ ਇਹਦੇ ਵਿੱਚ ਇੱਕ ਬੂੰਦ ਪਾਓਗੇ ਤੁਸੀਂ ਉੱਪਰ ਦੀ, ਜਾਂ ਕੋਈ ਚੀਜ਼ ਰੱਖੋਗੇ, ਇਹ ਡੁੱਲ ਜਾਏਗਾ, ਛਲਕ ਉੱਠੇਗਾ। ਜੇ ਮੁਲਤਾਨ ਦੇ ਵਿੱਚ ਕੋਈ ਬਾਹਰੋਂ ਆ ਕੇ ਟਿਕਣ ਦੀ ਕੋਸ਼ਿਸ਼ ਕਰੇਗਾ, ਸਾਡੇ ਪੀਰਾਂ ਫਕੀਰਾਂ ਦੇ ਇਸ ਗੜ੍ਹ ਦੇ ਵਿੱਚ ਕੋਈ ਬਾਹਰੋਂ ਆ ਕੇ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰੇਗਾ, ਤੇ ਜਿਵੇਂ ਇਹ ਕਟੋਰਾ ਜਿਹੜਾ ਭਰ ਕੇ ਡੁੱਲਦਾ ਹੈ, ਇਸ ਤਰ੍ਹਾਂ ਅਸੀਂ ਵੀ ਛਲਕ ਉੱਠਾਂਗੇ, ਭਾਵ ਬਰਦਾਸ਼ਤ ਤੋਂ ਬਾਹਰ ਹੋ ਜਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਇਸ਼ਾਰਿਆਂ ਦੀ ਭਾਸ਼ਾ
ਉਹਨਾਂ ਦੀ ਮਾਨਸਿਕਤਾ ਜਾਂ ਇੰਝ ਕਹਿ ਲਓ ਉਹਨਾਂ ਦੇ ਅੰਦਰ ਦੀ ਈਰਖਾ ਨੂੰ ਬੜੀ ਚੰਗੀ ਤਰ੍ਹਾਂ ਸਮਝ ਕੇ ਸਾਹਿਬ ਨੇ ਬੜੇ ਪਿਆਰ ਦੇ ਨਾਲ ਇਸ਼ਾਰਿਆਂ ਦੀ ਭਾਸ਼ਾ ਵਿੱਚ ਇੱਕ ਜਵਾਬ ਦਿੱਤਾ। ਉਹ ਕੀ ਸੀ? ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਗਲ ਤੇ ਭਾਵ ਸਤਿਗੁਰਾਂ ਨੇ ਕੀ ਕੀਤਾ ਹੈ, ਆਪਣੇ ਕੋਲ ਇੱਕ ਸਤਿਗੁਰੂ ਜੀ ਰੱਖਦੇ ਸਨ, ਵਿਦਵਾਨਾਂ ਨੇ ਉਹਨੂੰ ਥੈਲਾ, ਜਿਸ ਤਰ੍ਹਾਂ ਝੋਲਾ, ਜੋ ਵੀ ਅੱਜ ਆਪਾਂ ਸ਼ਬਦ ਵਰਤਦੇ ਹਾਂ। ਬਗਲ ਦਾ ਅਰਥ ਵੈਸੇ ਹਿੰਦੀ ਦੇ ਵਿੱਚ ਕੱਛ ਵੀ ਹੁੰਦਾ ਹੈ, ਕੱਛ ਨੂੰ ਵੀ ਬਗਲ ਕਹਿ ਦਿੰਦੇ ਨੇ। ਇੱਕ ਬਗਲ ਦਾ ਅਰਥ ਹੁੰਦਾ ਨਾਲ, ਵੀ ਇਹ ਮੇਰੇ ਬਗਲ ਵਿੱਚ ਬੈਠਾ ਸੀ, ਇਹ ਵੀ ਹਿੰਦੀ 'ਚ ਸ਼ਬਦ ਵਰਤਿਆ ਜਾਂਦਾ। ਮੈਂ ਉਹਦੇ ਬਗਲ ਵਿੱਚ ਖੜਾ ਸੀ, ਉਹ ਮੇਰੇ ਬਗਲ ਵਿੱਚ ਖੜਾ ਸੀ, ਸੋ ਇਹ ਸ਼ਬਦ ਇੱਕ ਕੱਛ ਨੂੰ ਵੀ ਕਿਹਾ ਜਾਂਦਾ। ਇੱਥੇ ਨਾਲ ਅਰਥ ਲਵਾਂਗੇ ਕਿਉਂਕਿ ਕੱਛ ਦੇ ਵਿੱਚ ਚੰਬੇਲੀ ਨਹੀਂ ਸੀਗੀ। ਸੋ ਨਾਲ ਕੀ ਸੀ? ਸਤਿਗੁਰਾਂ ਦੇ ਨਾਲ ਜੋ ਥੈਲਾ ਸੀ ਉਹਦੇ ਵਿੱਚ ਚੰਬੇਲੀ ਸੀ। ਜਾਂ ਇੰਝ ਕਹਿ ਲਈਏ ਗੁਰੂ ਨਾਨਕ ਪਾਤਸ਼ਾਹ ਜਿੱਥੇ ਖੜੇ ਨੇ ਉੱਥੇ ਵੀ, ਕਿਉਂਕਿ ਮੁਲਤਾਨ ਬੜਾ ਸੁੰਦਰ ਦੇਸ਼ ਸੀਗਾ, ਸੋ ਉੱਥੇ ਵੀ ਇੰਝ ਕਹਿ ਸਕਦੇ ਹਾਂ ਨਾਲ ਬਿਲਕੁਲ ਚੰਬੇਲੀ ਦੇ ਬੂਟੇ ਜਿਹੜੇ ਉਹ ਲੱਗੇ ਨੇ। ਮੁੱਕਦੀ ਗੱਲ, ਤਤਪਰਯ ਜਿਹੜਾ ਉਹ ਇੱਥੇ ਇਹ ਹੈ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਗਲੋਂ ਇੱਕ ਚੰਬੇਲੀ ਦਾ ਫੁੱਲ ਕੱਢਿਆ, ਬੜੇ ਪਿਆਰ ਦੇ ਨਾਲ ਉਸ ਕਟੋਰੇ ਦੇ ਉੱਤੇ ਟਿਕਾ ਦਿੱਤਾ, ਕਿਉਂਕਿ ਉਹ ਬੜਾ ਹੌਲਾ ਹੁੰਦਾ। ਆਮ ਫੁੱਲ ਜਿਹੜੇ ਜਿਵੇਂ ਗੇਂਦੇ ਦਾ ਫੁੱਲ ਹੈ, ਕਮਲ ਦਾ ਫੁੱਲ ਹੈ, ਭਾਰੇ ਨੇ, ਵਜ਼ਨਦਾਰ ਨੇ, ਉਹ ਡੁੱਬਦੇ ਨੇ ਥੱਲੇ ਨੂੰ, ਉਹ ਛਲਕਾ ਦਿੰਦੇ ਨੇ ਪਾਣੀ ਨੂੰ, ਦੁੱਧ ਨੂੰ। ਪਰ ਚੰਬੇਲੀ ਦਾ ਫੁੱਲ ਇਤਨਾ ਹੌਲਾ ਹੈ, ਇੰਨਾ ਜਿਵੇਂ ਕਹਿ ਲਓ ਅਸੀਂ ਵੇਟਲੈਸ ਹੈ, ਕਿ ਉਹ ਜਦੋਂ ਉਹਦੇ ਉੱਤੇ ਟਿਕਾਇਆ, ਨਾ ਉਹ ਦੁੱਧ ਦਾ ਛੰਨਾ ਜਿਹੜਾ ਸੀ ਉਹ ਛਲਕਿਆ, ਨਾ ਉਹਦੇ 'ਚ ਕੋਈ ਬੂੰਦ ਬਾਹਰ ਡਿੱਗੀ, ਤੇ ਨਾ ਚੰਬੇਲੀ ਦਾ ਫੁੱਲ ਉਹਦੇ ਵਿੱਚ ਡੁੱਬਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ਼ਾਰਾ ਕਰਕੇ ਸਮਝਾਇਆ, ਭਾਈ ਜਿਵੇਂ ਆ ਫੁੱਲ ਉੱਪਰ ਟਿਕ ਗਿਆ, ਇਹਨੇ ਤੁਹਾਡੇ ਛੰਨੇ ਦਾ ਕੁਝ ਨਹੀਂ ਵਿਗਾੜਿਆ, ਨਾ ਇਹਨੇ ਨੂੰ ਡੁੱਲਣ ਦਿੱਤਾ, ਨਾ ਇਹਦੇ ਵਿੱਚ ਡੁੱਬਿਆ ਹੈ। ਦੂਜਾ ਖੁਸ਼ਬੂ ਦਿੰਦਾ ਪਿਆ। ਭਾਈ ਅਸਾਂ ਤੇ ਮੁਲਤਾਨ ਵਿੱਚ ਆਇਆ, ਸਾਡਾ ਆਉਣ ਦਾ ਕਾਰਨ ਇਹ ਨਹੀਂ ਕਿ ਤੁਹਾਨੂੰ ਦੁੱਖ ਦੇਣਾ ਜਾਂ ਤੁਹਾਡੀ ਰੋਜੀ ਰੋਟੀ ਬੰਦ ਕਰਨੀ। ਅਸੀਂ ਤੇ ਜਿਵੇਂ ਫੁੱਲ ਖੁਸ਼ਬੂ ਦਿੰਦਾ, ਖੁਸ਼ਬੂ ਦੇਣੀ ਹੈ ਸ਼ਬਦ ਦੀ। ਤੇ ਇਸ ਨਗਰ ਦੇ ਵਿੱਚ ਬਸ ਜਿਵੇਂ ਇਹ ਫੁੱਲ ਟਿਕ ਵਿੱਚ ਨਹੀਂ ਡੁੱਬਿਆ ਇਹਦੇ, ਅਸੀਂ ਇਹ ਤੁਹਾਡੇ ਵਿਸ਼ੇ, ਤੁਹਾਡੇ ਨਗਰ, ਤੁਹਾਡੀਆਂ ਇਹਨਾਂ ਸ਼ਕਤੀਆਂ ਜਾਂ ਤੁਹਾਡੇ ਇਹਨਾਂ ਭਗਤਾਂ ਦੇ ਵਿੱਚ ਅਸੀਂ ਟਿਕਣਾ ਨਹੀਂ ਹੈ। ਅਸੀਂ ਵਾਪਸ ਮੁੜ ਜਾਣਾ, ਅਸੀਂ ਇੱਥੇ ਰਹਿਣ ਨਹੀਂ ਆਏ, ਅਸੀਂ ਕੋਈ ਘਰ ਆਸ਼ਰਮ ਨਹੀਂ ਬਣਾਉਣ ਵਾਸਤੇ ਆਏ, ਸੋ ਤੁਸੀਂ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ। ਇੰਝ ਸਤਿਗੁਰਾਂ ਨੇ ਇਸ਼ਾਰਿਆਂ ਦੇ ਨਾਲ ਉਹਨਾਂ ਨੂੰ ਸਮਝਾਇਆ। ਫਿਰ ਜ਼ਿਕਰ ਕਰਦੇ, ਜਿਉਂ ਸਾਗਰ ਵਿੱਚ ਗੰਗ ਸਮਾਈ। ਫਿਰ ਸਾਹਿਬ ਜੀ ਕਹਿੰਦੇ, ਜਿਸ ਤਰ੍ਹਾਂ ਸਾਗਰ ਦੇ ਵਿੱਚ ਗੰਗਾ ਨਦੀ ਸਮਾ ਜਾਂਦੀ ਹੈ ਤੇ ਸਾਹਮਣੇ ਵਾਲੇ ਪਾਣੀ ਦਾ ਕਦੀ ਵਿਰੋਧ ਨਹੀਂ ਕਰਦੀ, ਨਾ ਸਾਹਮਣੇ ਵਾਲਾ ਪਾਣੀ, ਸਾਗਰ ਦਾ ਪਾਣੀ ਨਦੀ ਦਾ ਵਿਰੋਧ ਨਹੀਂ ਕਰਦਾ ਕਦੀ, ਤੇ ਜਦੋਂ ਨਦੀ ਉਹਦੇ ਵਿੱਚ ਸਮਾਉਂਦੀ ਹੈ ਤਾਂ ਅਗਲੇ ਪਾਣੀ ਦਾ ਨਦੀ ਵੀ ਵਿਰੋਧ ਨਹੀਂ ਕਰਦੀ। ਸੋ ਜੇ ਅਸੀਂ ਆਏ ਹਾਂ, ਅਸੀਂ ਤੁਹਾਡਾ ਵਿਰੋਧ ਕਰਨ ਨਹੀਂ ਆਏ, ਅਸੀਂ ਤੇ ਇੰਝ ਸਮਾ ਜਾਣਾ ਸਾਰਿਆਂ ਦੇ ਅੰਦਰ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਹੈ। ਭਾਵ ਮੁਲਤਾਨ ਦੇ ਪੀਰਾਂ ਨੂੰ ਸੱਚਾ ਰਾਹ ਦੱਸਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਹੇ। ਸੋ ਉਹਨਾਂ ਨੇ ਅੱਗੋਂ ਜਿਹੜੀ ਇਸ਼ਾਰਿਆਂ ਦੀ ਭਾਸ਼ਾ ਵਰਤੀ, ਸਤਿਗੁਰੂ ਗੁਰੂ ਬਾਬੇ ਨੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਜਵਾਬ ਦਿੱਤਾ, ਅਸੀਂ ਨਾਮ ਦੀ ਖੁਸ਼ਬੂ ਦੇਣ ਵਾਸਤੇ ਆਏ ਹਾਂ। ਗੰਗਾ ਜਿਵੇਂ ਸਮੁੰਦਰ ਵਿੱਚ ਸਮਾ ਜਾਂਦੀ ਹੈ। ਸੋ ਇੱਥੇ 40 ਪੌੜੀਆਂ 44 ਪੌੜੀਆਂ ਵਾਹਿਗੁਰੂ ਸੰਪੂਰਨ ਹੋਈਆਂ। 45ਵੀਂ ਪੌੜੀ ਦੇ ਅੰਦਰ ਫਿਰ ਭਾਈ ਸਾਹਿਬ ਜ਼ਿਕਰ ਕਰਦੇ ਨੇ, ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ। ਜਾਰਤ ਕਰ, ਯਾਤਰਾ ਕਰਕੇ, ਉੱਥੇ ਵੀ ਜਿੱਤ ਪ੍ਰਾਪਤ ਕਰਕੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਮੁਲਤਾਨ ਤੋਂ ਹੋ ਕੇ ਫਿਰ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਵਾਪਿਸ ਆ ਗਏ। ਹੁਣ ਇੱਥੇ ਕੀ ਖੇਡਾਂ ਵਰਤਦੀਆਂ ਨੇ, ਚੜੇ ਸਵਾਈ ਦੇਹ ਦੀਹੀ, ਕਲ ਜੁਗ ਨਾਨਕ ਨਾਮ ਤੇ ਆਇਆ। ਹੁਣ ਕਰਤਾਰਪੁਰ ਦੇ ਅੰਦਰ ਦਿਨੋਂ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ, ਵਡਿਆਈ ਜਿਹੜੀ ਸੀ, ਸਤਿਗੁਰਾਂ ਦੀ ਕਲਾ ਜਿਹੜੀ ਸੀ, ਉਹ ਦੂਣ ਸਵਾਈ ਹੋਣ ਲੱਗੀ। ਦਿਨ ਪ੍ਰਤੀ ਦਿਨ ਗੁਰੂ ਨਾਨਕ ਦੀ ਕਲਾ, ਜਸ, ਪ੍ਰਤਾਪ, ਨਾਮਨਾ ਪਹਿਲਾਂ ਵੀ ਸੀ, ਪਰ ਹੁਣ ਹੋਰ ਜ਼ਿਆਦਾ ਜਿਹੜਾ ਸੀ ਉਹ ਵਧਣ ਲੱਗ ਪਿਆ। ਕਲਯੁਗ ਨਾਨਕ ਨਾਮ ਤੇ ਆਇਆ, ਕਿਉਂਕਿ ਕਲਯੁਗ ਦੇ ਕਲੀ ਕਾਲ ਦੇ ਭਿਆਨਕ ਸਮੇਂ ਅੰਦਰ ਸਤਿਗੁਰਾਂ ਨੇ, ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਤੋਂ ਜਿਹੜਾ ਅਕਾਲ ਪੁਰਖ ਪਰਮੇਸ਼ਰ ਦਾ ਸੱਚਾ ਨਾਮ ਸੀ, ਉਹ ਨਾਮ ਦਾ ਜਾਪ ਕਰਵਾਇਆ।
ਗੁਰੂ ਨਾਨਕ ਪਾਤਸ਼ਾਹ ਨੇ ਜਿਤਨੀ ਸੰਗਤ ਕੋਲ ਆਉਂਦੀ ਸੀ, ਕਲਯੁਗ ਦੇ ਅੰਦਰ ਸਾਹਿਬ ਨੇ ਸਾਰਿਆਂ ਨੂੰ ਨਾਨਕ ਨਾਮ, ਭਾਵ ਨਾਨਕ ਗੁਰੂ ਨਾਨਕ ਪਾਤਸ਼ਾਹ ਨੇ ਨਾਮ, ਉਸ ਅਕਾਲ ਪੁਰਖ ਦਾ ਨਾਮ ਜਪਾਇਆ। ਇੱਥੇ ਇਹ ਨਹੀਂ ਨਾਨਕ ਨਾਮ ਜਪਾਇਆ ਕਿ ਆਪਣੇ ਨਾਮ ਦਾ ਜਾਪ ਕਰਵਾਇਆ, ਐਸਾ ਨਹੀਂ। ਸੋ ਜਦੋਂ ਸਾਰੀ ਲੋਕਾਈ ਉੱਥੇ ਇਕੱਠੀ ਹੋ ਕੇ ਜਪਣ ਲੱਗੀ ਤਾਂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਵਿਣ ਨਾਵੈ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸਬਾਇਆ। ਭਾਈ ਨਾਮ ਤੋਂ ਬਗੈਰ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਤੋਂ ਹੋਰ ਜੋ ਕੁਝ ਵੀ ਮੰਗਣਾ, ਜੋ ਪਦਾਰਥਾਂ ਦਾ ਮੰਗਣਾ, ਜੀਵਨ ਦੀਆਂ ਲੋੜਾਂ ਦਾ ਮੰਗਣਾ, ਲੋੜਾਂ ਦੀ ਜੀਵਨ ਦੀ ਪੂਰਤੀ, ਰੋਜ਼ਮਰਾ ਜੀਵਨ ਦੇ ਅੰਦਰ ਲੋੜਾਂ ਦੀ ਪੂਰਤੀ ਕਰਨੀ, ਇਹ ਜਾਇਜ਼ ਹੈ। ਪਰ ਬਹੁਤ ਜ਼ਿਆਦਾ ਹੋੜ ਲਾ ਕੇ ਪਦਾਰਥ ਇਕੱਠੇ ਕਰਨੇ, ਇਹ ਨਾਜਾਇਜ਼ ਹੈ। ਸੋ ਸਾਹਿਬ ਜੀ ਨੇ ਸਮਝਾਇਆ, ਨਾਮ ਤੋਂ ਬਿਨਾਂ, ਜਿਹਨੂੰ ਬਾਣੀ ਅੰਦਰ ਆਪਾਂ ਬਚਨ ਪੜ੍ਹਦੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕਿ ਐ ਪਰਮੇਸ਼ਰ ਜੀ, ਨਾਮ ਧਨ ਦੀ ਦਾਤ ਦਿਓ ਤਾਂ ਕਿ ਉਤਰੈ ਮਨ ਕੀ ਭੁੱਖ, ਸਾਡੇ ਮਨ ਦੀ ਭੁੱਖ ਉਤਰੇ। ਤੇਰੇ ਤੋਂ ਬਿਨਾਂ ਜਿੰਨਾ ਮੰਗਣਾ ਉਹ ਤੇ ਸਾਰੇ ਸਿਰ ਦੁੱਖਾਂ ਕੈ ਦੁੱਖ। ਸੋ ਇੱਥੇ ਭਾਈ ਸਾਹਿਬ ਵੀ ਜ਼ਿਕਰ ਕਰਦੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਇਆ, ਨਾਮ ਤੋਂ ਬਿਨਾਂ ਜੋ ਕੁਝ ਵੀ ਮੰਗਣਾ, ਇਹ ਸਾਰੇ ਭਾਰੀ ਕਸ਼ਟ ਜਿਹੜੇ ਇਹਨਾਂ ਵਿੱਚ ਵਿਆਪਦੇ ਹਨ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸੋ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਗਤ ਦੇ ਅੰਦਰ ਮਾਰਿਆ ਸਿੱਕਾ। ਸਿੱਕਾ ਮਾਰਿਆ ਦਾ ਅਰਥ ਹੁੰਦਾ ਹੁਕਮ ਚਲਾਇਆ, ਹੁਕਮ ਤੋਰ ਦਿੱਤਾ। ਉਹ ਐਸਾ ਹੁਕਮ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੋਰਿਆ ਕਿ ਨਿਰਮਲ ਪੰਥ ਜਿਹੜਾ ਸੀ, ਮੈਲ ਰਹਿਤ, ਨਿਰਮਲ ਦਾ ਅਰਥ ਹੁੰਦਾ ਨਿਕਲ ਗਿਆ ਹੈ ਮਲ, ਜਿਸ ਸੇ, ਜਿਹਦੇ ਵਿੱਚੋਂ ਮਲ ਨਿਕਲ ਜਾਏ, ਮਲੀਨਤਾ ਖਤਮ ਹੋ ਜਾਏ, ਉਹ ਬਿਲਕੁਲ ਨਿਰਮਲ ਹੈ। ਸੋ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕਰਤਾਰਪੁਰ ਬਹਿ ਕੇ ਸਤਨਾਮ ਦਾ ਜਾਪ ਪਹਿਲਾਂ ਵੀ ਜਪਾਉਂਦੇ ਸੀ, ਉੱਥੇ ਵੀ ਜਪਾਇਆ। ਸੋ ਇੰਜ ਸਤਿਗੁਰਾਂ ਨੇ ਨਿਰਮਲ ਪੰਥ, ਮੈਲ ਰਹਿਤ ਪੰਥ, ਉਜਲ ਸਵੱਛ ਦੁਰਲਭ ਪੰਥ ਜਿਹੜਾ ਸੀ, ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਕਮ ਦੇ ਨਾਲ ਤੋਰ ਦਿੱਤਾ। ਥਾਪਿਆ ਲਹਿਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫੇਰਾਇਆ। ਜੀਵਨ ਦੇ ਭਾਵ ਆਪਣੇ ਸਰੀਰਕ ਕਾਲ ਦੇ ਦਰਮਿਆਨ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਨੂੰ ਗੁਰਤਾ ਗੱਦੀ ਤੇ ਥਾਪ ਦਿੱਤਾ, ਟਿਕਾ ਦਿੱਤਾ, ਤੇ ਗੁਰਿਆਈ ਦਾ ਛਤਰ ਜਿਹੜਾ ਸੀ ਉਹ ਭਾਈ ਲਹਿਣੇ ਦੇ ਸਿਰ ਤੇ ਫਿਰਾ ਦਿੱਤਾ ਹੈ, ਝੁਲਾ ਦਿੱਤਾ ਹੈ। ਭਾਵ ਆਪਣੇ ਸਰੀਰ ਵਿੱਚ ਰਹਿੰਦਿਆਂ ਗੁਰਤਾ ਗੱਦੀ ਦਾ ਤਿਲਕ ਕਈ ਕਸਵੱਟੀਆਂ ਲਾ ਕੇ ਭਾਈ ਲਹਿਣੇ ਨੂੰ, ਕਈ ਕਸਵੱਟੀਆਂ ਵਿੱਚੋਂ ਕੱਢ ਕੇ, ਜਿਵੇਂ ਸੋਨਾ ਕਈ ਵਾਰ ਅੱਗ ਦੇ ਵਿੱਚੋਂ ਗੁਜ਼ਰਦਾ ਤਾਂ ਸ਼ੁੱਧ ਬਣਦਾ ਹੈ, ਪਹਿਲੀ ਵਾਰ ਅੱਗ 'ਚ ਪੈ ਕੇ ਉਹ ਸ਼ੁੱਧ ਨਹੀਂ ਬਣਦਾ। ਗੁਰੂ ਵਾਰ-ਵਾਰ ਕਸਵੱਟੀਆਂ ਲਾ ਰਿਹਾ ਤਾਂ ਇਹਦਾ ਮਤਲਬ ਸਾਡੇ ਅੰਦਰ ਹਾਲੇ ਵੀ ਖੋਟ ਹੈ। ਜਦੋਂ ਸੋਨਾ ਬਿਲਕੁਲ ਸ਼ੁੱਧ ਹੋ ਜਾਵੇ, ਉਸ ਤੋਂ ਬਾਅਦ ਸੁਨਾਰ ਉਹਨੂੰ ਅੱਗ ਵਿੱਚ ਨਹੀਂ ਤਪਾਉਂਦਾ। ਸੋ ਜਿੰਨਾ ਚਿਰ ਜ਼ਿੰਦਗੀ ਦੇ ਅੰਦਰ ਕਸਵੱਟੀਆਂ ਨੇ, ਦੁੱਖ ਨੇ, ਤੇ ਇਹਦਾ ਮਤਲਬ ਖੋਟ ਹੈ ਹਾਲੇ ਸਾਡੇ ਅੰਦਰ, ਖੋਟ ਵੇਜੀਆਂ ਖੋਟ ਦੀ ਗੱਲ ਹੈ। ਜਿਸ ਦਿਨ ਖੋਟ ਨਿਕਲ ਜਾਏਗੀ ਉਸ ਦਿਨ ਗੁਰੂ ਕਸਵੱਟੀਆਂ ਨਹੀਂ ਲਾਏਗਾ, ਉਸ ਦਿਨ ਸਾਂਭ ਕੇ ਤਜ਼ੋਰੀਆਂ ਵਿੱਚ ਰੱਖ ਲਵੇਗਾ। ਸੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਈ ਕਸਵੱਟੀਆਂ ਲਾ ਕੇ ਭਾਈ ਲਹਿਣਾ ਜੀ ਖਰੇ ਉਤਰੇ ਨੇ, ਤਾਂ ਥਾਪਿਆ ਲਹਿਣਾ ਜੀਵੰਦੈ। ਗੁਰੂ ਨਾਨਕ ਪਾਤਸ਼ਾਹ ਨੇ ਸਰੀਰਕ ਕਾਲ ਦੇ ਵਿੱਚ ਰਹਿੰਦਿਆਂ, ਸਮੇਂ ਵਿੱਚ ਰਹਿੰਦਿਆਂ, ਜੋਤ ਆਪਣੇ ਸਰੀਰ ਵਿੱਚ ਵਰਤ ਰਹੀ ਹੈ, ਉਹ ਸਰੀਰ ਦੇ ਸਵਾਸਾਂ ਦੀ ਲੜੀ ਦੇ ਚੱਲਦਿਆਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕਰਕੇ, ਬਾਬਾ ਬੁੱਢਾ ਜੀ ਤੋਂ ਤਿਲਕ ਲਗਵਾ ਕਰਕੇ ਗੁਰਤਾ ਗੱਦੀ ਦੇ ਚਵਰ ਛਤਰ ਤਖਤ ਦੇ ਮਾਲਕ ਜਿਹੜੇ ਸੀ ਉਹ ਬਣਾ ਦਿੱਤਾ ਹੈ। ਗੁਰਿਆਈ ਦਾ ਛਤਰ ਜਿਹੜਾ ਸੀ ਉਹ ਸੀਸ ਤੇ ਫਿਰਾ ਦਿੱਤਾ, ਝੁਲਵਾ ਦਿੱਤਾ। ਜੋਤੀ ਜੋਤ ਮੇਲਾ ਏਕ ਹੈ, ਸਤਿਗੁਰ ਨਾਨਕ ਰੂਪ ਵਟਾਇਆ। ਇਸ ਤਰ੍ਹਾਂ ਭਾਵ ਭਾਈ ਲਹਿਣਾ ਜੀ ਦੀ ਜੋਤ ਆਪਣੀ ਜੋਤ ਦੇ ਵਿੱਚ ਮਿਲਾ ਕਰਕੇ, ਐਨ ਇਨ ਬਿਨ, ਜਿਵੇਂ ਨਦੀ ਸਮੁੰਦਰ ਵਿੱਚ ਮਿਲ ਜਾਂਦੀ ਹੈ, ਜਾਂ ਸਮਝ ਲਓ ਪਾਣੀ ਦੀਆਂ ਲਹਿਰਾਂ ਪਾਣੀ ਦੇ ਵਿੱਚ ਮਿਲ ਜਾਂਦੀਆਂ, ਇੱਕ ਇਨ ਬਿਨ ਹੋ ਜਾਂਦੀਆਂ ਨੇ। ਜਾਂ ਪਾਣੀ, ਇੱਕ ਭਾਂਡੇ ਦੇ ਵਿੱਚ ਪਾਣੀ ਹੈ ਅਤੇ ਤੁਸੀਂ ਦੂਸਰੇ ਭਾਂਡੇ ਦੇ ਵਿੱਚ ਪਾਣੀ ਲੈ ਕੇ ਉਹ ਪਹਿਲੇ ਭਾਂਡੇ ਦੇ ਵਿੱਚ ਪਾ ਦਿਓ ਤਾਂ ਉਹ ਪਾਣੀ ਆਪਸ ਵਿੱਚ ਮਿਕਸ ਹੋ ਜਾਂਦੇ ਨੇ, ਰਲ ਜਾਂਦੇ ਨੇ, ਫਿਰ ਪਛਾਣੇ ਨਹੀਂ ਜਾਂਦੇ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਪਾਵਨ ਜੋਤ ਜਿਹੜੀ ਸੀ
ਭਾਈ ਲਹਿਣਾ ਜੀ ਦੇ ਅੰਦਰ ਥੱਪ ਕੇ ਸਤਿਗੁਰ ਨਾਨਕ ਰੂਪ ਵਟਾਇਆ, ਆਪਣਾ ਰੂਪ ਵਟਾ ਲਿਆ। ਭਾਵ ਜੋਤ ਉਹੀ ਹੈ, ਬਸ ਸਰੀਰ ਦਾ ਇੱਕ ਰੂਪ ਵਟ ਗਿਆ। ਪਹਿਲਾਂ ਗੁਰੂ ਨਾਨਕ ਦਾ ਸਰੀਰ ਹੈ, ਹੁਣ ਭਾਈ ਲਹਿਣੇ ਦਾ ਸਰੀਰ ਹੈ। ਇੰਝ ਕਹਿ ਲਓ, ਹੁਣ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਰੂਪ ਬਣ ਗਿਆ। ਬਸ ਜੋਤ ਉਹੀ ਹੈ, ਕੌਤਕ ਉਹੀ ਨੇ, ਅੰਦਰ ਦੀ ਸਮਰੱਥਾ ਸ਼ਕਤੀ ਜਿਹੜੀ ਉਹੀ ਹੈ। ਲੱਖ ਨਾ ਕੋਈ ਸਕਈ ਆਚਰਜੇ ਆਚਰਜ ਦਿਖਾਇਆ। ਹੁਣ ਸਾਡੇ ਵਰਗਾ ਅਗਿਆਨੀ ਜਿਹੜਾ ਹੈ, ਇਸ ਭੇਤ ਨੂੰ ਕਿੱਥੋਂ ਜਾਣ ਲਏਗਾ? ਅੱਜ ਤੱਕ ਨਹੀਂ ਅਸੀਂ ਜਾਣ ਸਕੇ ਇਸ ਭੇਤ ਨੂੰ। ਹੁਣ ਵੀ ਦੁਨੀਆ ਇਹਨਾਂ ਭੇਦਾਂ, ਗੁਰੂ ਨਾਨਕ ਦੀਆਂ ਖੇਡਾਂ ਤੇ ਸ਼ੰਕੇ ਕਰ ਰਹੀ ਹੈ। ਸੋ ਇਸ ਤਰ੍ਹਾਂ ਇਸ ਰਹੱਸ ਨੂੰ, ਇਸ ਭੇਦ ਨੂੰ ਕੋਈ ਜਾਣ ਨਹੀਂ ਸਕਿਆ। ਇਹ ਅਸਚਰਜ ਦੇ ਵਿੱਚ ਅਸਚਰਜ ਵਿਖਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ। ਇੰਝ ਕਹਿ ਲਓ, ਹੈਰਾਨੀ ਦੇ ਵਿੱਚ ਹੈਰਾਨੀ। ਇੱਕ ਤਾਂ ਇੱਕ ਹੈਰਾਨੀ ਹੁੰਦੀ, ਇੱਕ ਹੈਰਾਨੀ ਤੇ ਪਹਿਲਾਂ ਬਹੁਤ ਜ਼ਿਆਦੀ ਸੀ, ਉਹਦੇ ਅੰਦਰ ਦੂਸਰੀ ਹੈਰਾਨੀ ਵਾਲੀ ਖੇਡ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਵਰਤਾ ਦਿੱਤੀ ਹੈ। ਕਾਇਆ ਪਲਟ ਸਰੂਪ ਬਣਾਇਆ। ਇਸ ਸਰੀਰ ਕਾਇਆ ਨੂੰ ਪਲਟ ਕੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਰੂਪ ਜਿਹੜਾ ਸੀ ਆਪਣੇ ਵਰਗਾ ਬਣਾ ਲਿਆ ਹੈ। ਸੋ ਇਸ ਤਰ੍ਹਾਂ ਇਸ 45ਵੀਂ ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਜੀਵਨ ਦਾ ਕੌਤਕ ਸੀ, ਭਾਈ ਗੁਰਦਾਸ ਜੀ ਨੇ ਜੋ ਇਹਦਾ ਜ਼ਿਕਰ ਕੀਤਾ, ਉਹ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਸਰੀਰਕ ਸਮੇਂ ਦੇ ਵਿੱਚ ਰਹਿੰਦਿਆਂ, ਸਰੀਰ ਵਿੱਚ ਰਹਿੰਦਿਆਂ ਗੁਰਤਾ ਗੱਦੀ ਦਾ ਤਿਲਕ ਜਿਹੜਾ ਸੀ ਲਾ ਦਿੱਤਾ ਤੇ ਨਾਲ ਹੁਕਮ ਕਰ ਦਿੱਤਾ ਕਿ ਅੱਜ ਤੋਂ ਸਾਰਿਆਂ ਨੇ, ਜਿਵੇਂ ਸਾਨੂੰ ਨਮਸਕਾਰਾਂ ਕਰਦੇ ਸੀ, ਅੱਜ ਤੋਂ ਗੁਰੂ ਅੰਗਦ ਦੇਵ ਨੂੰ ਨਮਸਕਾਰਾਂ ਕਰਨੀਆਂ ਨੇ। ਕਿਉਂਕਿ ਪਿੱਛੇ ਵੀ ਆਪਾਂ ਵਚਨ ਪੜ੍ਹਿਆ, ਹੋ ਰਿਓ ਗੰਗ ਵਹਾਇਓ ਨ ਦੁਨਿਆਈ ਆਖੈ ਕਿ ਕਿਉ ਨ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਪੈਰਾਂ ਉੱਪਰ ਸੀਸ ਨਿਵਾਇਆ, ਬਾਣੀ ਦੇ ਬਚਨ ਨੇ ਹੋ ਰਿਓ ਗੰਗ ਵਹਾਇਓ ਨ। ਸੋ ਇੱਥੇ ਜਦੋਂ ਪੈਰਾਂ ਉੱਪਰ ਸੀਸ ਨਿਵਾਇਆ, ਇਹ ਜਦੋਂ ਭਾਈ ਲਹਿਣਾ ਜੀ ਦੇ ਮੁਬਾਰਕ ਚਰਨਾਂ ਤੇ ਸੀਸ ਨਿਵਾ ਦਿੱਤਾ ਤੇ ਦੁਨਿਆਵੀ ਸਾਰੇ ਲੋਕ ਆਖਦੇ ਸੀ ਇਹ ਕੀ ਹੋਇਆ, ਇਹ ਤੇ ਉਲਟੀ ਗੰਗਾ ਵਹਾ ਦਿੱਤੀ। ਸੋ ਇੱਥੇ ਆਪਾਂ ਪਿੱਛੇ ਵਚਨ ਪੜ੍ਹੇ ਨੇ, ਹੋ ਰਿਓ ਗੰਗ ਵਹਾਇਓ ਨ ਦੁਨਿਆਈ ਆਖੈ ਕਿ ਕਿਉ ਨ। ਭਾਈ ਗੁਰਦਾਸ ਜੀ ਦੇ ਖੈਰ ਬਚਨ ਨੇ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਖੇਡ ਵਰਤਾਈ, ਇਹ ਹੁਕਮ ਕੀਤਾ ਕਿ ਲਹਿਣਾ ਸਾਡੇ ਅੰਗ ਤੋਂ ਪ੍ਰਗਟ ਹੋਇਆ, ਇਸ ਕਰਕੇ ਇਹ ਅੰਗਦ ਹੈ। ਸੋ ਇਹ ਉਪਦੇਸ਼ ਸਾਰਿਆਂ ਨੂੰ ਦਿੱਤਾ ਕਿ ਸਾਡੇ ਵਿੱਚ ਤੇ ਭਾਈ ਲਹਿਣੇ ਦੇ ਵਿੱਚ ਕਿਸੇ ਪ੍ਰਕਾਰ ਦਾ ਤੁਸੀਂ ਕੋਈ ਫਰਕ ਨਹੀਂ ਜਾਣਨਾ, ਅਸਾਂ ਨੇ ਇੱਕ ਸਰੂਪ ਕਰ ਦਿੱਤਾ। ਸੋ ਇਸ ਇੰਝ ਸਮਝ ਲਓ, ਮਾਨੋ ਆਪਣੀ ਕਾਇਆ ਜਿਹੜੀ ਉਹ ਢਾਲ ਕੇ ਗੁਰੂ ਅੰਗਦ ਦੇਵ ਦਾ ਰੂਪ ਹੋ ਗਏ ਹੋਣ। ਜਿਹਨੂੰ ਬਾਣੀ 'ਚ ਬਚਨ ਪੜ੍ਹਦੇ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਤੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਰੂਪ ਹੋਣਾ ਕੀਤਾ। ਹੁਣ ਅੱਗੇ ਭਾਈ ਸਾਹਿਬ ਜ਼ਿਕਰ ਕਰਦੇ 46ਵੀਂ ਪੌੜੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ, ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖਤ ਟਿਕਾਈ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਦਾ ਰੂਪ ਵਟਾਇਆ ਹੈ, ਹੁਣ ਉਹੋ ਹੀ ਤਿਲਕ ਹੈ ਤੇ ਉਹੋ ਹੀ ਛਤਰ, ਉਹੀ ਸਿੰਘਾਸਨ ਹੈ ਜਿਸ ਦੇ ਉੱਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਬਿਰਾਜਮਾਨ ਹੋਏ। ਪਰ ਹੁਣ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੰਦੇ ਨੇ ਤਾਂ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖਤ ਟਿਕਾਈ। ਪਹਿਲਾ ਇਸ਼ਾਰਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੱਲ ਹੈ, ਪਰ ਉੱਥੇ ਜਦੋਂ ਇਸ਼ਾਰਾ ਕਰਾਂਗੇ ਤਾਂ ਉੱਥੇ ਟਿੱਕਾ ਦਾ ਅਰਥ ਜਿਹੜਾ ਹੈ ਉਹ ਪੂਰਾ ਨਹੀਂ ਟੁਕੇਗਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਨਹੀਂ ਸੀ ਕਿਸੇ ਨੇ ਲਾਇਆ, ਉਹ ਧੁਰੋਂ ਹੀ ਗੁਰੂ ਸਨ। ਪਰ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਗੁਰਤਾ ਗੱਦੀ ਦਾ ਟਿੱਕਾ ਲਾਇਆ ਹੈ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਥਾਪਿਆ ਹੈ ਤਾਂ ਸੋ ਟਿੱਕਾ, ਉਹੀ ਟਿੱਕਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਲਾਇਆ। ਸੋ ਛਤਰ, ਉਹੀ ਛਤਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਸੀਸ ਤੇ ਝੁਲਾਇਆ। ਤੇ ਸੋਈ ਸੱਚਾ ਤਖਤ ਟਿਕਾਈ, ਉਹੀ ਤਖਤ ਜਿਸ ਦੇ ਉੱਤੇ ਆਪ ਟਿਕਦੇ ਨੇ, ਉਹੀ ਗੁਰਤਾ ਗੱਦੀ, ਉਹਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਨੂੰ ਟਿਕਾ ਦਿੱਤਾ। ਗੁਰ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਹੀ ਫੇਰਾਈ। ਸੋ ਭਾਵ ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਦੇ ਅੰਦਰ ਜੋ ਛਾਪ ਦਾ ਮੋਹਰ ਹੱਥ ਦਾ ਅਰਥ ਹੈ ਹੱਥ ਦੀ ਛਾਪ, ਤੇ ਛਾਪ ਦਾ ਅਰਥ ਰਿੰਗ ਨਹੀਂ ਕਿ ਜੋ ਆਪਾਂ ਅੱਜ ਛਾਪਾਂ ਪਾਉਂਦੇ ਹਾਂ ਹੱਥਾਂ ਦੇ ਵਿੱਚ, ਰਿੰਗ ਕਹਿ ਦਈਏ, ਉਹਨੂੰ ਮੁੰਦਰੀ ਕਹਿ ਦਈਏ, ਉਹ ਨਹੀਂ ਹੈ। ਛਾਪ ਦਾ ਅਰਥ ਹੈ ਸ਼ਕਤੀ। ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਜੋ ਮੋਹਰ ਸੀ,
ਜੋ ਹੱਥ ਦੇ ਵਿੱਚ ਸ਼ਕਤੀ ਸੀ, ਗੁਰੂ ਅੰਗਦ ਦੀ ਦੋਹੀ ਫਿਰਾਈ, ਭਾਵ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਵੀ ਉਹੀ ਫਿਰ ਗਈ ਕਿ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਹੋਏ। ਕਿਸੇ ਪੱਖ ਤੋਂ ਵੀ ਘੱਟ ਨਹੀਂ। ਜਿੰਨੀ ਸ਼ਕਤੀ ਗੁਰੂ ਨਾਨਕ ਪਾਤਸ਼ਾਹ ਅੰਦਰ, ਉਹ ਸਾਰੀ ਆਪਣੇ ਹੱਥ ਦੀ ਮੋਹਰ, ਜਿਵੇਂ ਛਾਪ ਵਿੱਚ ਆਪਾਂ ਕਹਿ ਦਈਏ ਇੱਕ ਛਾਪ ਲਾ ਕੇ ਦੂਜੇ ਨੂੰ ਦੇ ਦਈਏ, ਸੋ ਇੱਥੇ ਛਾਪ ਸ਼ਕਤੀ ਗੁਰੂ ਨਾਨਕ ਨੇ ਸਾਰੀ ਸ਼ਕਤੀ ਜਿਹੜੀ ਸੀ ਪਾਈ ਲਹਿਣਾ ਨੂੰ ਦੇ ਦਿੱਤੀ ਤੇ ਉਹ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਰੂਪ ਹੋ ਕੇ ਪ੍ਰਗਟੇ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਸੀ ਕਿ ਤੁਸੀਂ ਜਿਵੇਂ ਹੀ ਗੁਰਤਾ ਗੱਦੀ ਪ੍ਰਾਪਤ ਹੋਈ, ਅਸਾਂ ਸਰੀਰ ਛੱਡ ਦੇਣਾ ਜਦੋਂ, ਤਾਂ ਤੁਸੀਂ ਕਰਤਾਰਪੁਰ ਨਹੀਂ ਰਹਿਣਾ, ਕਿਉਂਕਿ ਇੱਥੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਤੁਹਾਡੇ ਨਾਲ ਈਰਖਾ ਕਰਨਗੇ, ਵਿਰੋਧ ਕਰਨਗੇ। ਤਾਂ ਹੁਕਮ ਕਰ ਦਿੱਤਾ ਤੁਸੀਂ ਖਡੂਰ ਸਾਹਿਬ ਚਲੇ ਜਾਣਾ ਹੈ। ਸੋ ਹੁਕਮ ਨੂੰ ਮੰਨਦਿਆਂ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ, ਕਰਤਾਰਪੁਰ ਛੱਡ ਦਿੱਤਾ ਤੇ ਖਡੂਰ ਸਾਹਿਬ ਆਪਣੇ ਨਗਰ ਦੇ ਵਿੱਚ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਨੇ ਨਾਮ ਦੀ ਰੋਸ਼ਨੀ ਜਿਹੜੀ ਸੀ, ਨਾਮ ਦਾ ਪ੍ਰਕਾਸ਼ ਜਿਹੜਾ ਸੀ ਉਹ ਕੀਤਾ ਤੇ ਜੋ ਗੁਰੂ ਨਾਨਕ ਦੀ ਜੋਤ ਅੰਦਰ ਜਗਮਗਾ ਰਹੀ ਸੀ ਉਹ ਸੰਸਾਰ ਵਿੱਚ ਪ੍ਰਗਟ ਕੀਤੀ ਹੈ। ਜੰਮੇ ਪੂਰਬ ਬੀਜਿਆ, ਵਿੱਚ ਵਿੱਚ ਹੋਰ ਕੂੜੀ ਚਤੁਰਾਈ। ਜੰਮੇ ਪੂਰਬ ਬੀਜਿਆ, ਜੋ ਪੂਰਬਲੇ ਕਰਮ ਬੀਜੇ ਸਨ, ਭਾਵ ਪੂਰਬ ਜਨਮਾਂ ਦੀ ਜਿਹੜੀ ਕਾਲ ਕਮਾਈ ਸੀ, ਫਿਰ ਇਸ ਜਨਮ ਵਿੱਚ ਵੀ ਗੁਰਤਾ ਗੱਦੀ ਤੋਂ ਪਹਿਲਾਂ ਜੋ ਬੀਜ ਬੀਜਿਆ ਸੀ, ਦਿਨ ਰਾਤ ਮਿਹਨਤਾਂ ਮੁਸ਼ੱਕਤਾਂ, ਗੁਰੂ ਨਾਨਕ ਦੇ ਦਰ ਦੀ ਸੇਵਾ, ਉਹ ਵੀ ਤਾਂ ਪੂਰਬ ਬੀਜਿਆ ਹੀ ਸੀ, ਪਹਿਲਾਂ ਦਾ ਬੀਜਿਆ ਹੈ, ਜੋ ਅੱਜ ਗੁਰਤਾ ਗੱਦੀ ਦੇ ਸਮੇਂ ਪ੍ਰਗਟ ਹੋਇਆ ਹੈ। ਤੇ ਇਸ ਤਰ੍ਹਾਂ ਪੂਰਬ ਵਿੱਚ ਜੋ ਬੀਜਿਆ ਉਹ ਮਿਲਦਾ ਹੈ ਤੇ ਉਹ ਮਿਲਿਆ ਹੈ। ਸੋ ਇਸ ਤਰ੍ਹਾਂ ਵਿੱਚ ਵਿੱਚ ਹੋਰ ਕੂੜੀ ਚਤੁਰਾਈ, ਭਾਵ ਵਿੱਚ ਵਿੱਚ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਵੱਲੋਂ, ਗੁਰੂ ਅੰਗਦ ਦੇਵ ਮਹਾਰਾਜ ਦੇ ਸਪੁੱਤਰਾਂ ਵੱਲੋਂ ਕਈ ਪ੍ਰਕਾਰ ਦੀਆਂ ਵਿੱਚ, ਜਿਵੇਂ ਕਹਿ ਲਓ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਦੇਣੀ ਸੀ ਤਾਂ ਇਹ ਕੂੜੀਆਂ ਚਤੁਰਾਈਆਂ, ਇਹ ਝੂਠੀਆਂ ਚਤੁਰਾਈਆਂ ਜਿਹੜੀਆਂ ਬਾਬਾ ਦਾਤੂ ਤੇ ਬਾਬਾ ਦਾਸੂ ਵੱਲੋਂ ਵਿੱਚ ਵਿੱਚ ਕੀਤੀਆਂ ਗਈਆਂ ਹਨ। ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਅੱਗੇ ਜ਼ਿਕਰ ਕਰਦੇ, ਲਹਿਣੇ ਪਾਈ ਨਾਨਕੋਂ, ਦੇਣੀ ਅਮਰਦਾਸ ਘਰ ਆਈ। ਤੇ ਲਹਿਣੇ ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਇਹ ਦਾਤ ਜਿਹੜੀ ਸੀ ਪ੍ਰਾਪਤ ਕੀਤੀ। ਹੁਣ ਇਹਨਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਘਰ ਦੇਣੀ ਆਈ, ਭਾਵ ਇੰਝ ਕਹਿ ਲਈਏ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹ ਗੁਰਿਆਈ ਜਿਹੜੀ ਸੀ ਉਹ ਦੇ ਦਿੱਤੀ। ਦੇਣੀ ਆਈ ਭਾਵ ਇਹਦਾ ਇਹ ਨਹੀਂ ਦੇਣੀ ਪਈ, ਇਹ ਅਰਥ ਗਲਤ ਹੋ ਜਾਂਦਾ ਹੈ ਕਿ ਦੇਣੀ ਪਈ, ਨਹੀਂ, ਉਹ ਕੋਈ ਮਜਬੂਰੀ ਵਸ ਨਹੀਂ ਸੀ। ਗੁਰੂ ਅਮਰਦਾਸ ਮਹਾਰਾਜ ਕਸਵੱਟੀਆਂ ਤੇ ਖਰੇ ਉਤਰੇ ਨੇ। ਗੁਰੂ ਅਮਰਦਾਸ ਮਹਾਰਾਜ ਮਹਾਨ ਸੇਵਾ ਨੂੰ ਕਮਾਇਆ, ਸੋ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਿਆਈ ਬਖਸ਼ ਦਿੱਤੀ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ। ਗੁਰੂ ਅਮਰਦਾਸ ਮਹਾਰਾਜ ਗੁਰ ਬੈਠਾ ਅਮਰ ਸਰੂਪ ਹੋਏ, ਅਮਰ ਸਰੂਪ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਟਿਕ ਗਏ ਨੇ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦਾ ਸਰੂਪ ਹੋ ਕੇ ਟਿਕੇ, ਹੁਣ ਬੈਠਾ ਅਮਰ ਸਰੂਪ ਹੋਏ। ਇਸ਼ਾਰਾ ਗੁਰੂ ਨਾਨਕ ਪਾਤਸ਼ਾਹ ਵੱਲ ਜਾਏਗਾ ਕਿ ਉਹੀ ਗੁਰੂ ਨਾਨਕ ਦੇਵ ਪਾਤਸ਼ਾਹ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਰੂਪ ਹੋ ਕਰਕੇ ਬਹਿ ਗਏ ਨੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੁਆਰਾ ਇਹ ਈਸ਼ਵਰੀਏ ਦਾਤ, ਇਹ ਇਲਾਹੀ ਦਾਤ, ਇਹ ਚਵਰ ਛਤਰ ਤਖਤ ਦੀ ਦਾਤ, ਇਹ ਟਿੱਕਾ, ਇਹ ਸਿੰਘਾਸਨ, ਇਹ ਗੁਰਤਾ ਗੱਦੀ, ਇਹ ਦਾਤ ਜਿਹੜੀ ਸੀ ਪਾਈ ਦਾਤ ਇਲਾਹੀ। ਗੁਰੂ ਅੰਗਦ ਦੇਵ ਮਹਾਰਾਜ ਤੋਂ ਇਹ ਦਾਤ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਾਪਤ ਕੀਤੀ। ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਹੁਕਮ ਸੀ ਕਿ ਤੁਸੀਂ ਕਰਤਾਰਪੁਰ ਨਹੀਂ ਰਹਿਣਾ, ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਜਦੋਂ ਅਸੀਂ ਸਰੀਰ ਛੱਡਣਾ ਤਾਂ ਤੁਸੀਂ ਖਡੂਰ ਸਾਹਿਬ ਨਹੀਂ ਰਹਿਣਾ, ਕਿਉਂਕਿ ਇੱਥੇ ਬਾਬਾ ਦਾਤੂ ਤੇ ਬਾਬਾ ਦਾਸੂ ਸਾਡੇ ਸਪੁੱਤਰ ਤੁਹਾਡਾ ਵਿਰੋਧ ਕਰਨਗੇ। ਸੋ ਤੁਸੀਂ ਜਿਹੜਾ ਗੋਇੰਦਵਾਲ ਸਾਹਿਬ ਨਗਰ ਵਸਾਇਆ ਗਿਆ ਹੈ, ਜੋ ਗੋਇੰਦਾ ਮਰਵਾਹੀ ਉਹਦੇ ਜਗ੍ਹਾ ਲੈ ਕਰਕੇ ਉਹ ਨਗਰ ਜਿਹੜਾ ਗੁਰੂ ਅਮਰਦਾਸ ਮਹਾਰਾਜ ਨੇ ਵਸਾਇਆ ਸੀ ਗੁਰੂ ਅੰਗਦ ਦੇਵ ਮਹਾਰਾਜ ਦੇ ਹੁਕਮਾਂ ਨਾਲ। ਸੋ ਸਾਹਿਬ ਕਹਿੰਦੇ ਤੁਸੀਂ ਗੋਇੰਦਵਾਲ ਸਾਹਿਬ ਜਾ ਕੇ ਟਿਕਣਾ ਹੈ। ਸੋ ਗੁਰੂ ਕਾ ਹੁਕਮ ਮੰਨ ਕੇ ਗੁਰੂ ਅਮਰਦਾਸ ਮਹਾਰਾਜ ਜੀ ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ। ਉਹ ਗੋਇੰਦਵਾਲ ਸਾਹਿਬ ਨੂੰ ਆ ਕੇ ਫਿਰ ਵਸਾਇਆ, ਪਹਿਲਾਂ ਨੀਂਹ ਰੱਖੀ ਸੀ। ਸੋ ਇਸ ਤਰ੍ਹਾਂ ਵਸਾਇਆ, ਉੱਥੇ ਆ ਕੇ ਟਿਕ ਗਏ। ਇਹ ਸਤਿਗੁਰਾਂ ਦਾ ਅਚਰਜ ਖੇਲ ਸੀ ਜਿਹੜਾ
ਆਮ ਸੰਸਾਰੀ ਜੀਵ ਅਗਿਆਨੀ ਜੀਵਾਂ ਦੀ ਸਮਝ ਦੇ ਵਿੱਚ ਨਾ ਉਦੋਂ ਆਇਆ, ਨਾ ਅੱਜ ਆਉਂਦਾ ਹੈ ਤੇ ਨਾ ਅਗਾਂਹ ਚੱਲ ਕੇ ਆਏਗਾ। ਦਾਤ ਜੋਤ ਖਸਮੈ ਵਡਿਆਈ, ਇਹ ਜੋ ਦਾਤ ਹੈ ਤੇ ਇਹ ਜੋ ਗੁਰੂ ਨਾਨਕ ਦੀ ਜੋਤ ਹੈ, ਇਹ ਦਾਤ ਤੇ ਜੋਤ, ਇਹ ਦੋਵੇਂ ਚੀਜ਼ਾਂ ਉਸ ਖਸਮ, ਉਸ ਮਾਲਕ ਵਾਹਿਗੁਰੂ ਦੀ ਵਡਿਆਈ ਹੈ। ਭਾਵ ਜਿਸ ਨੂੰ ਬਖਸ਼ਦਾ ਹੈ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਇਹ ਦਾਤਾਂ ਨੇ ਜਿਨ੍ਹਾਂ ਦੀ ਝੋਲੀ ਵਿੱਚ ਪਾਉਂਦਾ ਹੈ ਉਹਨਾਂ ਨੂੰ ਮਿਲਦੀਆਂ ਨੇ। ਕਿਉਂਕਿ ਬਾਬਾ ਦਾਤੂ ਤੇ ਬਾਬਾ ਦਾਸੂ ਧੱਕੇ ਨਾਲ ਚਾਹੁੰਦੇ ਸੀ ਅਸੀਂ ਗੁਰਿਆਈ ਦੇ ਮਾਲਕ ਬਣ ਜਾਈਏ, ਪਰ ਨਹੀਂ। ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਵੀ ਇੰਜ ਹੀ ਚਾਹੁੰਦੇ ਸੀ, ਪਰ ਨਹੀਂ। ਇਹ ਤਾਂ ਧੁਰ ਦਰਗਾਹਾਂ ਦੀਆਂ ਬਖਸ਼ਿਸ਼ਾਂ ਨੇ। ਇਹ ਜ਼ਰੂਰੀ ਨਹੀਂ ਪੁੱਤਰਾਂ ਨੂੰ ਮਿਲਣ, ਤੇ ਇਹ ਵੀ ਜ਼ਰੂਰੀ ਨਹੀਂ ਕਿ ਸੇਵਕਾਂ ਨੂੰ ਹੀ ਮਿਲਣ। ਕਦੀ ਸੇਵਕ ਦੀ ਝੋਲੀ ਵਿੱਚ ਹੈ ਤੇ ਅੱਗੇ ਚੱਲ ਕੇ ਪੁੱਤਰਾਂ ਦੀ ਝੋਲੀ ਵਿੱਚ ਵੀ ਹੈ। ਸੋ ਇਸ ਤਰ੍ਹਾਂ ਇਸ ਪਾਵਨ 46ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਇਹ ਜ਼ਿਕਰ ਕੀਤਾ, ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਉਹੀ ਗੁਰੂ ਅੰਗਦ ਦੇਵ ਮਹਾਰਾਜ ਦਾ ਸਰੂਪ ਹੋ ਕੇ ਟਿਕ ਗਏ ਤੇ ਉਹੀ ਸ਼ਕਤੀ, ਉਹੀ ਗੁਰਤਾ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਦੇ ਦਿੱਤੀ ਤੇ ਜਿਸ ਦੀ ਦਾਤ ਸੀ ਉਹਨੂੰ ਪ੍ਰਾਪਤ ਹੋ ਗਈ। ਭਾਵ ਜਿਸ ਦੇ ਹੱਕ ਸੀ, ਜਿਸ ਨੇ ਪੂਰਬ ਬੀਜਿਆ ਸੀ, ਉਹਨੂੰ ਬੀਜੇ ਦੇ ਮੁਤਾਬਕ ਇਹ ਪ੍ਰਾਪਤ ਹੋ ਗਈ। ਦਾਤੂ ਤੇ ਦਾਸੂ ਕੂੜੀਆਂ ਝੂਠੀਆਂ ਚਤੁਰਾਈਆਂ ਕਰਕੇ ਚਾਹੁੰਦੇ ਸੀ ਇਹ ਹੱਕਾਂ ਨੂੰ ਲੈ ਲਈਏ, ਪਰ ਨਾ ਮਿਲ ਸਕੇ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ੀ ਇਹ ਦਾਤ ਜੋਤ। ਭਾਵ ਦਾਤ ਵਾਹਿਗੁਰੂ ਦੀ ਹੈ ਤੇ ਜੋ ਗੁਰੂ ਦੀ ਪ੍ਰਾਪਤੀ ਹੈ, ਦਾਤ ਵਾਹਿਗੁਰੂ ਦੀ ਬਖਸ਼ਿਸ਼, ਅਤੇ ਜੋ ਗੁਰੂ ਦੀ ਪ੍ਰਾਪਤ ਹੋਈ ਜੋਤ ਉਹ ਦਾਤ ਹੈ। ਸੋ ਇਸ ਤਰ੍ਹਾਂ ਅੱਗੋਂ ਸੰਸਾਰ ਨੂੰ ਬਖਸ਼ਿਸ਼ ਕੀਤੀ। ਉਸ ਦਾਤ ਦਾ ਜੋ ਚਾਨਣ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਰੀ ਦੁਨੀਆ ਦੇ ਅੰਦਰ ਫੈਲਾ ਦਿੱਤਾ। ਇੰਜ ਇਹ ਦੋਵੇਂ ਵਡਿਆਈਆਂ ਜਿਹੜੀਆਂ ਸੀ ਸੰਸਾਰ ਵਿੱਚ ਪ੍ਰਗਟ ਹੋ ਗਈਆਂ। ਸੋ ਗੁਰੂ ਕਿਰਪਾ ਨਾਲ ਪਹਿਲੀ ਵਾਰ ਦੀਆਂ 46 ਪੌੜੀਆਂ ਆਪਾਂ ਸਰਵਣ ਕੀਤੀਆਂ। ਹੋਈਆਂ ਭੁੱਲਾਂ ਦੀ ਖਿਮਾ। ਅਗਲੀਆਂ ਪੌੜੀਆਂ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਹਿਬ ਸਮੱਤ ਦੀ ਦਾਤ ਬਖਸ਼ ਨਿਵਾਜ ਨਾ ਕਰਨ। ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ। ਦਾਤ ਜੋਤ ਖਸਮੈ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।